ਅਜਮਾਨ ਦੇ ਵਿੱਚ ਮੈਂ ਰਹੀ, ਜਾਣੀ ਕਿ 16 ਤਰੀਕ ਰਾਤ ਨੂੰ ਹੀ, ਜਾਣੀ ਕਿ ਉਹਨਾਂ ਨੇ ਮੇਰੇ ਨਾਲ ਜਦੋਂ ਗਈ ਤੇ ਮੈਨੂੰ ਰਾਤ ਨੂੰ 2:30 ਵਜੇ ਉਹਨਾਂ ਨੇ ਮੇਰੇ ਨਾਲ ਸਰੀਰਕ ਸ਼ੋਸ਼ਣ ਕੀਤਾ। ਜਾਣੀ ਮਾਸਕ ਪਹਿਨੇ, ਗਲਵਜ਼ ਪਹਿਨ ਕੇ ਸਾਰਾ ਜਾਣੀ ਕਿ ਆਪਦਾ ਕਵਰ ਕਰਕੇ ਆਇਓ। ਫਿਰ ਉਹਨਾਂ ਨੇ ਕਿਹਾ ਵੀ ਜੇ ਤੂੰ ਐਡਜਸਟ ਕਰ ਲੇਂਗੀ ਸਾਡੇ ਵਿੱਚ ਤਾਂ ਤੂੰ ਵਧੀਆ, ਤੈਨੂੰ ਵਧੀਆ ਸਮਝਾਂਗੇ। ਪਰ ਮੈਂ ਆਖਿਆ ਵੀ ਮੈਂ ਐਡਜਸਟ ਨਹੀਂ ਕਰ ਸਕਦੀ, ਮੈਂ ਨਹੀਂ ਕਰਨਾ। ਫਿਰ ਮੁੜ ਕੇ ਮੈਨੂੰ ਪਹਿਲਾਂ ਵੀ ਭੇਜੀਆਂ ਕੋਈ ਕੁੜੀਆਂ ਕੜੀਆਂ ਜਾਂ ਕੱਲੀ ਪਹਿਲੀ ਤੁਸੀਂ ਸੀ ਵੈਸੇ ਗੱਲ ਹੋਈ ਸੀ? ਕਦੀ ਮੈਨੂੰ ਅਜ਼ਮਾਨ, ਕਦੀ ਓਮਾਨ, ਕਦੀ ਮਾਸਕਟ ਇਦਾਂ ਲੈ ਜਾਂਦੇ ਸੀ, ਜਿੱਥੇ ਕਿ ਮੇਰੇ ਫਿਲਹਾਲ ਮੇਰੀਆਂ ਅੱਖਾਂ ਵੀ ਬੰਨ੍ਹ ਲੈਂਦੇ ਸੀਗੇ। ਬਲੈਕ ਗੱਡੀ ਸੀਗੀ ਉਹਨਾਂ ਦੀ, ਬਲੈਕ ਸ਼ੀਸ਼ੇ ਸੀਗੇ। ਮੇਰੇ ਮੈਡੀਕਲ ਵੀ ਖਰਬ ਉਹਨਾਂ ਨੇ ਬਹੁਤ ਕਰਵਾਏ ਤੇ ਪਰ ਮੈਨੂੰ ਵੀ ਲੱਗਦਾ ਨਹੀਂ ਸੀ ਕਿ ਮੈਂ ਨਿਕਲ ਆਉਂਗੀ। ਮੇਰਾ ਮੋਬਾਈਲ ਵੀ ਖੋਲਿਆ, ਕਦੀ ਕਿੱਦਾਂ ਮੇਰੇ ਨਾਲ। ਫਿਰ ਵੀ ਉਹਨਾਂ ਨੇ ਮੇਰੇ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਰਹੇ, ਮੈਨੂੰ ਕੁੱਟਮਾਰ ਵੀ ਕਰਦੇ ਰਹੇ, ਮੈਨੂੰ ਠੁੱਡਿਆਂ ਨਾਲ ਕੁੱਟਦੇ ਰਹੇ। ਫਿਰ ਮੈਂ ਆਪਣੇ ਭਰਾ ਨੂੰ ਵੀ ਜਾਣੀ ਕਿ ਭੇਜਦੀ ਰਹੀ ਵੀ ਮੇਰੇ ਨਾਲ ਭਰਾਵਾ ਇਦਾਂ ਹੁੰਦਾ। ਮੈਨੂੰ ਕੋਈ ਉਹਨਾਂ ਨੇ ਹਾਊਸਮੇਟ ਦਾ ਕੰਮ ਨਹੀਂ ਦਵਾਇਆ, ਜਿਹਦੇ ਕਿ ਫਿਲਹਾਲ ਮੈਂ ਇਹਨਾਂ ਨੂੰ ਦੱਸਣ ਦੇ ਬਾਵਜੂਦ ਵੀ ਕਿ ਮੇਰੇ ਨਾਲ ਆਹ ਕੰਮ ਹੋਇਆ, ਇਹਨਾਂ ਨੇ ਫਿਰ ਵੀ ਇਹਨਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਵੀ ਇਹਨਾਂ ਨੇ ਕਹਿਤਾ ਵੀ ਨਹੀਂ ਉਹਨੂੰ ਕੰਮ ਮਿਲੂਗਾ ਹਾਊਸਮੇਟ ਦਾ। ਮੈਨੂੰ ਇਹਨਾਂ ਕੁੱਟਦੇ ਰਿਹਾ ਵੀ ਤੂੰ ਇੰਡੀਆ ਕਿਉਂ ਦੱਸਿਆ, ਪੰਜਾਬ ਵਿੱਚ ਕਿਉਂ ਦੱਸਿਆ ਤੁਸੀਂ, ਕਿ ਕੁੜੀਆਂ ਫਿਲਹਾਲ ਰੱਖੀਆਂ ਜਾਂਦੀਆਂ ਕੱਲੀਆਂ। ਤੁਹਾਡੀ ਜਿਹੜੇ ਤੁਹਾਡੇ ਵੌਇਸ ਨੋਟ ਸੀ ਉਹ 'ਚ ਤੁਸੀਂ ਕਹਿ ਰਹੇ ਸੀਗੇ, ਕਹਿੰਦੇ ਵੀ ਉਹ ਲੋਕ ਇਹ ਗੱਲ ਕਹਿੰਦੇ ਨੇ ਕਿ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਥੇ ਕੀ ਹੋਣਾ ਜਾਂ ਉੱਥੇ ਕੀ ਹੁੰਦਾ, ਤੁਹਾਨੂੰ ਕਿਉਂ ਨਹੀਂ ਸੀ ਪਤਾ। ਆਖਰਕਾਰ ਉਹਨਾਂ ਨੂੰ ਇਹ ਸੀਗਾ ਵੀ ਜੇ ਤੁਸੀਂ ਆਏ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਤੁਸੀਂ ਕੀ ਕਰਨਾ। ਹਾਂਜੀ, ਉਹ ਕਹਿੰਦੇ ਜੇ ਕੋਈ ਹਾਊਸਮੇਟ ਦਾ ਜੇ ਕੋਈ ਲੈਣ ਆਇਆ ਤਾਂ ਅਸੀਂ ਤੇਰੀ ਵੀਡੀਓ ਜਾਣੀ ਕਿ ਜੇ ਤੈਨੂੰ ਕਿਸੇ ਨੇ ਹਾਊਸਮੇਟ 'ਚ ਪਸੰਦ ਕੀਤਾ ਤਾਂ ਫੇਰ। ਪਰ ਜਦੋਂ ਮੈਂ ਗਈ ਵੈਸੇ ਮੈਨੂੰ ਜਾਣੀ ਕਿ ਰੇਸ਼ਮ ਜੈਂਟ ਤੇ ਕਮਲ ਨੇ ਜਾਣੀ ਕਿ ਮੈਨੂੰ ਉਹਨਾਂ ਨੇ ਪੂਰੇ ਧੋਖੇ 'ਚ ਫਸਾ ਕੇ ਮੈਨੂੰ ਅਨਮੈਰਿਜ ਕਰਕੇ ਜਾਣੀ ਕਿ ਉਹਨਾਂ ਨੇ ਭੇਜਿਆ ਗਿਆ। ਇੱਕ ਲੇਡੀ ਏਜੰਟ ਹੈ ਜੀ, ਉਹਦੀ ਅਰੈਸਟ ਹੋਈ ਵੀ ਹੈ ਆਲਰੇਡੀ ਸੀਗੀ। ਰੇਸ਼ਮ ਸਿੰਘ ਜਿਹੜਾ ਏਜੰਟ ਹੈ ਮੇਨ, ਉਹ ਭਗੌੜਾ ਹੈ ਜੀ। ਮੈਨੂੰ ਲੱਗਦਾ ਸੀਗਾ ਕਿ ਆਖਰ ਵਾਪਸ ਆ ਪਾਉਂਗੇ, ਕਿਉਂਕਿ ਉਹਦੇ ਜਿਹੜੀ ਆਵਾਜ਼ ਸੀ ਤੁਹਾਡੀ ਡਰੀ ਹੋਈ ਤੇ ਰੋਂਦੇ ਹੋਏ ਸ਼ਾਇਦ ਤੁਸੀਂ ਵੌਇਸ ਨੋਟ ਭੇਜੇ ਸੀ। ਸਤਿ ਸ਼੍ਰੀ ਅਕਾਲ। ਕੁਝ ਦਿਨ ਪਹਿਲਾਂ ਇੱਕ ਮਾਮਲਾ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਦੁਬਈ ਦੇ ਵਿੱਚ ਇੱਕ ਕੁੜੀ ਫਸ ਜਾਂਦੀ ਹੈ ਤੇ ਉਹਦੀ ਆਵਾਜ਼ ਤੁਹਾਨੂੰ ਅਸੀਂ ਸੁਣਾਈ ਸੀ ਕਿ ਕਿਵੇਂ ਉਹਦੇ ਨਾਲ ਜਿਹੜੇ ਘਿਨਾਉਣੇ ਕੰਮ ਵੀ ਹੁੰਦੇ ਨੇ ਤੇ ਨਾਲ ਦੇਖਿਆ ਜਾਵੇ ਤਾਂ ਧੋਖਾ ਕਿੱਡਾ ਵੱਡਾ ਦਿੱਤਾ ਗਿਆ ਸੀ ਕਿ ਉਰੋਂ ਜਾ ਕੇ ਉੱਥੇ ਪਤਾ ਨਹੀਂ ਕੀ ਜ਼ਿੰਦਗੀ ਬਦਲ ਜੂ। ਉਹ ਸਾਰੇ ਦੇ ਦੇਖਿਆ ਜਾਵੇ ਜਦੋਂ ਉਦੋਂ ਅਸੀਂ ਗੱਲ ਸੁਣੀ ਸੀ ਤਾਂ ਉਦੋਂ ਸਾਡੇ ਨਾਲ ਐਡਵੋਕੇਟ ਗੁਰਭੇਜ ਸੀਗੇ, ਉਹ ਅੱਜ ਵੀ ਸਾਡੇ ਨਾਲ ਨੇਗੇ। ਉਸ ਦਿਨ ਗੱਲ ਚੱਲੀ ਸੀ ਕਿ ਇਸ ਕੁੜੀ ਨੂੰ ਹੁਣ ਕੀ ਵਾਪਸ ਲਿਆਂਦਾ ਜਾਊਗਾ। ਹਾਲਾਂਕਿ ਬਹੁਤ ਸਾਰੇ ਦੇਖਿਆ ਜਾਵੇ ਲੋਕਾਂ ਨੂੰ ਵੀ ਸ਼ਾਇਦ ਇਹ ਲੱਗਦਾ ਹੋਣਾ ਕਿ ਨਹੀਂ ਵਾਪਸ ਨਹੀਂ ਗਿਆ ਪਾਉਣੀ, ਕਿਉਂਕਿ ਦੁਬਈ ਦੇ ਵਿੱਚੋਂ ਬਹੁਤ ਮਾਮਲੇ ਪਹਿਲਾਂ ਵੀ ਅਸੀਂ ਦੇਖੇ ਨੇ ਕਿ ਕਈ ਖੈਰ ਆ ਵੀ ਚੁੱਕੇ ਨੇ ਵਾਪਸ ਤੇ ਕਈਆਂ ਦੇ ਨਾਲ ਹਜੇ ਵੀ ਕਾਨੂੰਨੀ ਲੜਾਈਆਂ ਹੀ ਚੱਲੀਆਂ ਜਾਂਦੀਆਂ ਨੇ। ਗੁਰਭੇਜ ਜੀ ਤੋਂ ਸ਼ੁਰੂ ਕਰਾਂਗੇ। ਗੁਰਭੇਜ ਜੀ, ਦੇਖਿਆ ਜਾਵੇ ਉਹਦੇ ਤਾਂ ਲੱਗਦਾ ਤਾਂ ਕਿਤੇ ਨਾ ਕਿਤੇ ਇਹ ਵੀ ਸੀਗਾ ਵੀ ਪਤਾ ਨਹੀਂ ਦਿਨ ਕਿੰਨੇ ਲੱਗ ਜਾਣਗੇ ਹਜੇ, ਤੇ ਆਖਰਕਾਰ ਮੁਮਕਿਨ ਹੋ ਪਾਇਆ ਇਹ ਸਾਰੀਆਂ ਚੀਜ਼ਾਂ। ਜੇ ਕਹੀਏ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਪ੍ਰੈਸ਼ਰ ਬਣ ਪਾਇਆ ਇਹਨਾਂ। ਐਜ਼ ਐਨ ਐਡਵੋਕੇਟ ਵੀ ਮੈਂ ਕਹੂੰਗਾ ਕਿ ਸਾਡੀ ਸਥਿਤੀ ਵੀ ਡਾਵਾਂਡੋਲ ਸੀ, ਕੀ ਹੋਊਗਾ ਕੀ ਨਹੀਂ ਹੋਊਗਾ, ਕਿਉਂਕਿ ਬਾਹਰਲਾ ਮੁਲਕ ਸੀਗਾ ਇੱਕ ਤਾਂ, ਤੇ ਇੱਥੋਂ ਤਾਂ ਬਾਹਰ ਹੀ ਸਿਸਟਮ। ਬਟ ਕੋਰਟਾਂ ਨੇ ਸਾਡਾ ਸਾਥ ਦਿੱਤਾ, ਜਿਹੜਾ ਕਾਨੂੰਨੀ ਪ੍ਰਕਿਰਿਆ ਰਾਹੀਂ ਸਾਰੀ ਅਸੀਂ ਇਹਨਾਂ ਨੂੰ ਲੈ ਕੇ ਆਏ ਵਾਪਸ। ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਉੱਥੇ ਜਾ ਕੇ ਹੋਇਆ। ਕਾਨੂੰਨ ਨੇ ਸਾਡਾ ਬਹੁਤ ਸਾਥ ਦਿੱਤਾ ਜੀ, ਹੁਣ ਵੀ ਦੇ ਰਹੇ ਆ, ਤੇ ਕਾਨੂੰਨ ਹੀ ਹੈ ਜਿਹੜਾ ਸਾਨੂੰ ਲੈ ਕੇ। ਇੱਕ ਇਹ ਵੀ ਚੀਜ਼ ਕਹਿ ਸਕਦੇ ਹਾਂ ਵੀ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ। ਫਿਰ ਜਦੋਂ ਕਿਹਾ ਜਾਵੇ ਕਿ ਕਾਨੂੰਨ ਦਾ ਡੰਡਾ ਚੱਲਿਆ ਤਾਂ ਉਦੋਂ ਬਾਅਦ ਸਰਕਾਰ ਨੇ ਵੀ ਹੀਲੇ ਵਸੀਲੇ ਕਰਕੇ ਉੱਥੋਂ ਉਸ ਥਾਂ ਤੇ ਜਿਹਦੇ ਨਾਮ ਵੀ ਸ਼ਾਇਦ ਅਸੀਂ ਕਹੀਏ ਸਾਰੇ ਅਸੀਂ ਆਪਾਂ ਜਾਣਦੇ ਨਹੀਂ ਹੈਗੇ, ਉੱਥੋਂ ਲੱਭ ਲਿਆਂਦਾ ਕੁੜੀ ਨੂੰ। ਬਿਲਕੁਲ ਜੀ। ਪਹਿਲਾਂ ਤੁਸੀਂ ਦੇਖਿਆ ਹੀ ਉਸ ਸਮੇਂ ਇੰਟਰਵਿਊ ਹੋਈ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਭ ਚਿੱਠੀਆਂ ਗਈਆਂ, MP ਸਾਹਿਬ ਤੋਂ ਚਿੱਠੀਆਂ ਗਈਆਂ, ਐਕਸਟਰਨਲ ਅਫੇਅਰ ਮਿਨਿਸਟਰੀ, ਉਹਨਾਂ ਦਾ ਕੋਈ ਇੰਨਾ ਫਾਇਦਾ ਨਹੀਂ ਹੋਇਆ ਜਿੰਨਾ ਕਾਨੂੰਨ ਦਾ ਡੰਡਾ ਚੱਲਿਆ। ਹਾਈ ਕੋਰਟ ਨੇ ਜਦੋਂ ਲਾਸਟ ਬੇਲ ਲਾਈ ਆਪਣੇ ਏਜੰਟ ਨੇ, ਤੇ ਹਾਈ ਕੋਰਟ ਨੇ ਕਿਹਾ ਅਸੀਂ ਬੇਲ ਤਾਂ ਫੇਰ ਬਾਅਦ 'ਚ ਦੇਖਾਂਗੇ, ਪਹਿਲਾਂ ਕੁੜੀ ਨੂੰ ਵਾਪਸ ਲੈ ਕੇ ਆਓ। ਹੈਬਿਸ ਕਾਰਪਸ ਪਾਈ, ਉਹਦੇ ਵਿੱਚ ਸਟਿਲ ਮਤਲਬ ਚੱਲੀ ਜਾਂਦਾ ਸੀਗਾ, ਤੇ ਉਸੇ ਰਾਹੀਂ ਆ ਗਏ ਇਹ ਵਾਪਸ। ਇਹ ਸਾਰੇ ਪ੍ਰਕਰਨ ਦੇ ਵਿੱਚ ਦੇਖਿਆ ਜਾਵੇ ਕਿਉਂਕਿ ਕਾਨੂੰਨ ਦੀ ਸਾਰੀ ਕਹਾਣੀ ਸੀਗੀ ਤਾਂ ਕੀ ਐਜ਼ ਏ ਟੀਮ ਤੁਸੀਂ ਸਾਰਾ ਦੇਖਿਆ, ਕਿਉਂਕਿ ਉਰੇ ਦੇ ਨਾਲ ਮਾਮਲਾ ਇਹ ਵੀ ਸੀ, ਉਰੇ ਜੁੜਿਆ ਹੋਇਆ, ਫਿਰ ਇਹਨਾਂ ਦੇ ਪਿੰਡ ਵੱਲੋਂ ਦਾ, ਫਿਰ ਤੀਜਾ ਆ ਗਿਆ ਦੁਬਈ ਦਾ, ਜਾਂ ਕਹੀਏ ਕਿ ਸੈਂਟਰੀ ਮਿਨਿਸਟਰ ਜਿਹਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਸੀ। ਦੇਖੋ ਜੀ, ਇਹ ਜੇ ਟੀਮ ਨਾ ਹੁੰਦੀ, ਇਕੱਲਾ ਤਾਂ ਮੈਂ ਵੀ ਕੁਛ ਕਰਨ ਜੋਗਾ ਨਹੀਂ ਸੀ। ਥੱਲੇ ਮਲੋਟ ਦੇ ਵਿੱਚ ਐਡਵੋਕੇਟ ਪੀਰ ਧਨ ਹੈ, ਮੁਕਤਸਰ ਦੇ ਵਿੱਚ ਐਡਵੋਕੇਟ ਰਣਪ੍ਰੀਤ ਸਿੰਘ ਬਰਾੜ ਹੈ, ਤੇ ਇੱਥੇ ਹਾਈ ਕੋਰਟ ਦੇ ਵਿੱਚ ਮੈਂ ਐਡਵੋਕੇਟ ਧਨਕੜ ਤੁਲ ਧਨਕੜ ਹੈਗੇ ਆ, ਉਹਨਾਂ ਦੇ ਫਾਦਰ ਸਾਹਿਬ ਹੈ। ਫਿਰ AG ਆਫਿਸ ਦੇ ਬੜੇ ਜੋ ਆਮ ਆਦਮੀ ਪਾਰਟੀ ਦੇ ਲੀਗਲ ਟੀਮ ਸੀ, ਉਹਨਾਂ ਨੇ ਬੜਾ ਸਾਥ ਦਿੱਤਾ। FIR ਕਰਾਉਣ ਤੋਂ ਲੈ ਕੇ ਫਿਰ ਜਿੰਨੀਆਂ ਕਾਨੂੰਨੀ ਪੇਚੀਦਗੀਆਂ ਸੀਗੀਆਂ ਉਹ ਸਾਰੀਆਂ ਅਸੀਂ ਕੰਸਲਟ ਕੀਤੀਆਂ, ਫਿਰ ਅਸੀਂ ਇਸ ਸਿੱਟੇ 'ਤੇ ਪਹੁੰਚੇ ਕਿ ਇਸ ਤਰ੍ਹਾਂ ਲਿਆਇਆ ਜਾ ਸਕਦਾ ਇਹਨਾਂ ਨੂੰ। ਚਲੋ ਹੁਣ ਮਾਮਲੇ 'ਚ ਅੱਗੇ ਕੀ ਹੋਊਗਾ ਉਹ ਤਾਂ ਗੱਲ ਕਰਾਂਗੇ। ਪਹਿਲਾਂ ਉਸ ਕੁੜੀ ਨੂੰ ਮਿਲ ਲੈਂਦੇ ਹਾਂ, ਗੱਲ ਕਿਉਂਕਿ ਅੱਜ ਦੀ ਗੱਲ ਹੋਰ ਹੈ। ਉਦੋਂ ਦੀ ਗੱਲ ਇਹ ਸੀ ਕਿ ਆਖਰ ਆਊ ਪਤਾ ਨਹੀਂ ਨਾ ਆਊ। ਆਵਾਜ਼ ਸੀ ਜਿਹੜੀ ਸਿਰਫ ਤੁਹਾਨੂੰ ਸੁਣਾਈ ਵੀ ਸੀਗੀ, ਉਹ ਸਾਰਾ ਦੁੱਖ ਵਿਅਥਾ ਵੀ ਤੁਹਾਨੂੰ ਜਿਹੜੀ ਉਹਨੇ ਆਡੀਓ ਦੇ ਜ਼ਰੀਏ ਵਕੀਲ ਸਾਹਿਬ ਨੂੰ ਭੇਜੀ ਸੀ, ਜਾਂ ਕਹੀਏ ਕਿ ਕਾਨੂੰਨ ਤੋਂ ਗੁਹਾਰ ਲਾਈ, ਉਹੀ ਸੁਣਾਈ ਸੀਗੀ। ਪਰ ਇਹ ਲੱਗਦਾ ਸੀਗਾ ਕਿ ਆਖਰ ਵਾਪਸ ਆ ਪਾਉਂਗੇ, ਕਿਉਂਕਿ ਉਹਦੇ ਜਿਹੜੀ ਆਵਾਜ਼ ਸੀ ਤੁਹਾਡੀ ਡਰੀ ਹੋਈ ਤੇ ਰੋਂਦੇ ਹੋਏ ਸ਼ਾਇਦ ਤੁਸੀਂ ਵੌਇਸ ਨੋਟ ਭੇਜੇ ਸੀਗੇ।
ਹਾਂਜੀ ਵੀਰ ਜੀ, ਮੈਨੂੰ ਲੱਗਦਾ ਸੀ ਵੀ ਮੈਂ ਨਹੀਂ ਜਾ ਪਾਉਂਗੀ, ਪਰ ਮੇਰਾ ਬਹੁਤ ਸਾਥ ਦਿੱਤਾ ਕਾਨੂੰਨ ਨੇ ਵੀ, ਜਾਣੀ ਕਿ ਮੈਂ ਨਿਕਲ ਆਈ ਬਾਹਰ। ਪਰ ਜਦੋਂ ਮੈਂ ਗਈ, ਵੈਸੇ ਮੈਨੂੰ ਜਾਣੀ ਕਿ ਰੇਸ਼ਮ ਏਜੰਟ ਤੇ ਕਮਲ ਨੇ ਜਾਣੀ ਕਿ ਮੈਨੂੰ ਇਹਨਾਂ ਨੇ ਪੂਰੇ ਧੋਖੇ 'ਚ ਫਸਾ ਕੇ ਮੈਨੂੰ ਅਨਮੈਰਿਜ ਕਰਕੇ ਜਾਣੀ ਕਿ ਉਹਨਾਂ ਨੇ ਭੇਜਿਆ ਗਿਆ। 16 ਤਰੀਕ ਦੀ ਮੇਰੀ 1:50 ਦੀ ਫਲਾਈਟ ਕਰਾਤੀ। ਜਦੋਂ ਮੈਂ ਉੱਥੇ ਜਾ ਕੇ ਪਹੁੰਚੀ 4 ਵਜੇ, ਉਹਨਾਂ ਨੇ ਇਹ ਵੈਸੇ ਉਦੋਂ ਪਹਿਲਾਂ ਇੱਕ ਇਹ ਦੱਸ ਦਿਓ, ਅਸਲੀ ਉਰੇ ਜਾਣ ਦਾ ਸਬਬ ਬਣਿਆ ਕਿਵੇਂ ਵੀ ਆਖਰਕਾਰ ਵੀ ਮੈਂ ਬਾਹਰ ਜਾਣਾ ਹੈ, ਉੱਥੇ ਜਾ ਕੇ ਆਪਦੇ ਪਰਿਵਾਰਕ ਹਾਲਾਤ ਇਹ ਸੀਗੀ ਕਿ ਆਖਰ 2 ਪੈਸੇ ਬਣ ਜਾਣਗੇ ਪਰਿਵਾਰ ਨੂੰ? ਮੇਰੀ ਗਰੀਬੀ ਦੀ ਘਰ ਦੀ ਹਾਲਤ ਦਾ ਕਰਕੇ ਮੈਂ ਜਾਣਾ ਚਾਹਿਆ ਸੀ। ਮੈਂ ਕਿਹਾ ਚੱਲ ਸ਼ਾਇਦ ਮੇਰੇ ਬੱਚੇ ਵੱਡੇ ਵੱਡੇ ਮੇਰੇ ਬਰਾਬਰ ਦੀਆਂ ਮੇਰੀਆਂ ਲੜਕੀਆਂ, ਮੈਂ ਸੋਚਿਆ ਮੇਰੀ ਲੜਕੀ ਪੜ੍ਹਦੀ ਆ ਵਧੀਆ, ਚੱਲ ਮੈਂ ਚੰਗੇ ਕੰਮ ਤੇ ਲੱਗ ਜੂੰਗੀ ਕਿਸੇ ਦੇ ਜਾ ਕੇ, ਚੱਲ ਮੈਂ ਆਪਣੀਆਂ ਲੜਕੀਆਂ ਦਾ ਆਪਣੇ ਲੜਕੇ ਦਾ ਭਵਿੱਖ ਬਣਾ ਲੂੰਗੀ। ਘਰ ਦੀ ਗਰੀਬੀ ਦੇ ਹੋਣ ਕਰਕੇ ਤੇ ਚੱਲ ਮੈਂ ਚਲੀ ਗਈ ਬਾਹਰ। ਮੈਂ ਕਿਹਾ ਚੱਲ ਕਦਮ ਚੱਕ ਲੈਨੇ ਬਾਹਰ, ਜਾਂਦੇ ਹੀ ਆ ਲੋਕ ਸਾਰੇ ਹੀ, ਚੱਲ ਮੈਂ ਕਿਹਾ ਮੈਂ ਵੀ ਚਲ ਜਾਨੀ। ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਵੀ ਇਹਨਾਂ ਨੇ ਮੈਨੂੰ ਕਿੱਦਾਂ ਭੇਜਣਾ। ਕੰਟੈਕਟ ਹੋਇਆ ਕਿਵੇਂ ਸੀ ਤੁਹਾਡਾ ਇਹ? ਕੰਟੈਕਟ ਮੇਰੀ ਭੈਣ ਸੀਗੀ ਇੱਥੇ ਪੱਟੀ ਸ਼ਹਿਰ ਦੇ ਵਿੱਚ, ਤੇ ਮੈਂ ਉਹਦੇ ਕੋਲ ਆਈ ਸੀ ਤੇ ਉਹਨੇ ਮੈਨੂੰ ਕਮਲ ਨਾਲ ਮਿਲਾਤਾ। ਜਦੋਂ ਕਮਲ ਨਾਲ ਮਿਲਾਇਆ ਉਹਨਾਂ ਨੇ, ਤੇ ਮੈਨੂੰ ਕਮਲ ਨੇ ਜਾਣੀ ਕਿ ਵੀ ਰੇਸ਼ਮ ਦੀ ਦੱਸ ਪਾਈ। ਪਰ ਮੈਂ ਕਮਲ ਨੂੰ ਕਿਹਾ ਤੂੰ ਮੇਰੇ ਨਾਲ ਚੱਲ ਰੇਸ਼ਮ ਦੇ, ਪਰ ਉਹ ਨਾਲ ਨਹੀਂ ਗਈ ਮੇਰੇ ਰੇਸ਼ਮ ਕੋਲ। ਏਜੰਟ ਹੈ ਇਹ? ਹਾਂਜੀ, ਰੇਸ਼ਮ ਏਜੰਟ ਆ, ਤੇ ਉਹਨੇ ਮੇਰੇ ਨਾਲ ਨਹੀਂ ਗਈ। ਉਹਨੇ ਸਾਨੂੰ ਦੋਨਾਂ ਜੀਆਂ ਨੂੰ ਭੇਜਤਾ, ਮੇਰੇ ਹਸਬੈਂਡ ਨੂੰ ਤੇ ਮੈਨੂੰ। ਕਹਿੰਦੀ ਤੁਸੀਂ ਜਾਓ ਮੋਟਰਸਾਈਕਲ ਤੇ, ਜੇਲ੍ਹ ਦੇ ਸਾਹਮਣੇ ਕਹਿੰਦੀ ਉਹਦਾ ਆਫਿਸ ਆ। ਤਾਂ ਅਸੀਂ ਦੋਨੇ ਚਲੇ ਗਏ। ਅਸੀਂ ਆਖਿਆ ਚੱਲ ਠੀਕ ਆ। ਤਾਂ ਸਾਡੀਆਂ ਦੋਨਾਂ ਦੀ ਵੀਡੀਓ ਬਣੀਆਂ, ਪਾਸਪੋਰਟ ਤੇ ਉਹਨੇ ਵੀਜ਼ਾ ਇਦਾਂ ਕੰਟੈਕਟ ਕਰਤਾ। ਪਹਿਲਾਂ ਮੈਨੂੰ ਕਹਿੰਦੇ ਵੀ ਤੇਰਾ ਵੀਜ਼ਾ ਲੱਗ ਨਹੀਂ ਰਿਹਾ, ਤੇਰਾ ਜਾਨੀ ਕਿ ਤੇਰੇ ਮੈਡੀਕਲ 'ਚ ਪ੍ਰੋਬਲਮ ਆਉਂਦੀ ਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਲੱਗਦਾ ਤਾਂ ਕੋਈ ਚੱਕਰ ਨਹੀਂ। ਮੈਂ ਕਿਹਾ ਚੱਲ ਰਹਿਣ ਦਿੰਦੇ ਆ, ਵੀ ਆਪਾਂ ਨੂੰ ਕੋਈ ਖਾਸ ਵੀ ਹੈ ਨਹੀਂ ਬਾਹਰ ਜਾਂਦਾ। ਫਿਰ ਮੈਨੂੰ ਸ਼ਾਮੀ ਕਹਿੰਦੀ ਨਹੀਂ ਤੇਰਾ ਵੀਜ਼ਾ ਲੱਗ ਗਿਆ, ਕਹਿੰਦੀ ਤੂੰ ਵਧੀਆ, ਕਹਿੰਦੀ ਹੋ ਗਈ, ਕਹਿੰਦੀ ਤੈਨੂੰ ਵਧਾਈ ਹੋਵੇ, ਤੈਨੂੰ ਵੀ ਇੱਦਾਂ। ਮੈਨੂੰ ਉਹਨੇ ਬੜੇ ਪੰਪ ਭਰ ਦਿੱਤੇ, ਬਹੁਤ ਜ਼ਿਆਦਾ ਮੈਨੂੰ ਉਹਨੇ ਫਲਾਤਾ। ਫਿਰ ਮੁੜ ਕੇ ਮੈਨੂੰ ਪਹਿਲਾਂ ਵੀ ਭੇਜੀਆਂ ਕੋਈ ਕੁੜੀਆਂ ਕੜੀਆਂ ਜਾਂ ਕੱਲੀ ਪਹਿਲੀ ਤੁਸੀਂ ਸੀ ਵੈਸੇ ਗੱਲ ਹੋਈ ਸੀ? ਨਹੀਂ, ਉਹ ਮੇਰੀ ਭੈਣ ਕਹਿੰਦੀ ਉਹਨੇ ਬਹੁਤ ਕੁੜੀਆਂ ਭੇਜੀਆਂ। ਵੇਖੋ ਹੁਣ ਅੱਗੇ ਕਿਸੇ ਕੁੜੀ ਨੇ ਆਵਾਜ਼ ਉਠਾਈ ਜਾਂ ਨਹੀਂ ਉਠਾਈ, ਕੁਛ ਵੀ ਕਿਸੇ ਕੁੜੀ ਨਾਲ ਹੋਇਆ ਉਹਦਾ ਆਪਾਂ ਨੂੰ ਨਹੀਂ ਪਤਾ। ਪਰ ਮੇਰੇ ਨਾਲ ਜੋ ਹੋਇਆ ਮੈਂ ਤੇ ਨਹੀਂ ਬਰਦਾਸ਼ਤ ਕਰ ਸਕਦੀ ਸੀ ਵੀਰ ਜੀ। ਮੈਨੂੰ ਤੇ ਜਾਨੀ ਕਿ ਪੂਰਾ ਇਨਸਾਫ ਚਾਹੀਦਾ ਸੀਗਾ। ਮੈਂ ਆਖਿਆ ਵੀ ਮੈਂ ਨਹੀਂ ਇਦਾਂ ਇੰਨੇ ਪਰਿਵਾਰ ਨੂੰ ਧੋਖਾ ਦੇ ਸਕਦੀ। ਜੇ ਉੱਥੇ ਜਾਈਏ, ਜੇ ਸਮਝੀਏ ਕਿ ਜਦੋਂ ਤੁਸੀਂ ਦੁਬਈ ਪਹੁੰਚੇ, ਉੱਥੇ ਜੇ ਕਿਹਾ ਜਾਵੇ ਪਹਿਲਾਂ ਤਾਂ ਤੁਹਾਨੂੰ ਜਿਸ ਜਗ੍ਹਾ ਤੇ ਕਿਹਾ ਸੀ ਵੀ ਕੰਮ ਦਵਾਉਣਾ ਹੈ ਕਰਨਾ ਹੈ, ਉੱਥੇ ਲੈ ਕੇ ਗਏ, ਉੱਥੇ ਵਾਲਾ ਕੀ ਰਿਹਾ ਸਿਲਸਿਲਾ ਜਦੋਂ ਤੁਸੀਂ 에ਅਰਪੋਰਟ ਤੋਂ ਉਤਰੇ ਜਾਂਦੇ ਹੋ? ਜਦੋਂ ਮੈਂ 에ਅਰਪੋਰਟ ਤੋਂ ਉਤਰੀ, ਵਾਰ ਮੈਨੂੰ ਉਹਨਾਂ ਦਾ ਇੱਕ ਡਰਾਈਵਰ ਆ ਕੇ ਲੈ ਗਿਆ। ਉਹਨਾਂ ਨੇ ਮੈਨੂੰ ਅਜ਼ਮਾਨ ਸ਼ਾਰਜਾ ਚੋਂ ਅਜ਼ਮਾਨ 'ਚ ਲੈ ਕੇ ਗਏ। ਅਜ਼ਮਾਨ ਦੇ ਵਿੱਚ ਮੈਂ ਰਹੀ, ਜਾਨੀ ਕਿ 16 ਤਰੀਕ ਰਾਤ ਨੂੰ ਹੀ। ਜਾਨੀ ਕਿ ਉਹਨਾਂ ਨੇ ਮੇਰੇ ਨਾਲ ਜਦੋਂ ਗਈ ਤੇ ਮੈਨੂੰ ਰਾਤ ਨੂੰ 2:30 ਵਜੇ ਉਹਨਾਂ ਨੇ ਮੇਰੇ ਨਾਲ ਸਰੀਰਕ ਸ਼ੋਸ਼ਣ ਕੀਤਾ। ਜਿਹਨਾਂ ਨੇ ਮਾਸਕ ਪਹਿਨੇ, ਗਲਵਜ਼ ਪਹਿਨ ਕੇ ਸਾਰਾ ਜਾਨੀ ਕਿ ਆਪਦਾ ਕਵਰ ਕਰਕੇ ਆਏ। ਉਹ ਕਿੰਨੇ ਜਣੇ ਸੀ? ਉਹ 2 ਜਣੇ ਸੀਗੇ। ਤੇ ਫਿਰ ਮੈਂ ਉਹਨਾਂ ਨੂੰ ਜਾਨੀ ਕਿ ਆਵਾਜ਼ ਵੀ, ਮੈਂ ਜਦੋਂ ਉੱਠੀ ਮੈਂ ਉਹਦੀ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ। ਜਾਨੀ ਕਿ ਫਿਲਹਾਲ ਉਹ ਮੇਰਾ ਕੋਈ ਰਸਤਾ ਨਹੀਂ ਸੀ ਲੰਘਣ ਨੂੰ। ਇਕੱਲੇ ਹੀ ਸੀ ਜਾਂ ਹੋਰ ਵੀ ਕੋਈ ਸੀਗੀਆਂ ਉੱਥੇ ਕੁੜੀਆਂ ਜਾਂ ਬੰਦੇ, ਜਾਂ ਕੋਈ ਘਰ ਸੀ, ਜਾਂ ਹੈ ਕਿਹੜੀ ਜਗ੍ਹਾ ਕਿ ਸੀ? ਅਜ਼ਮਾਨ ਦੇ ਵਿੱਚ ਮੈਨੂੰ ਤਾਂ ਇੱਕ ਹਿਸਾਬ ਨਾਲ ਉਹਨਾਂ ਨੇ ਕਮਰੇ ਦੇ ਵਿੱਚ ਕੈਦ ਕਰ ਲਿਆ, ਪਰ ਹੈ ਤਾਂ ਖੈਰ 5 ਉੱਚੀ ਬਿਲਡਿੰਗ ਹੈਗੀ ਬਹੁਤ, ਜਾਨੀ ਕਿ 5 ਮੰਜ਼ਲੀ, ਪਰ ਇੱਕ ਕਮਰੇ ਦੇ ਵਿੱਚ ਕੁੜੀਆਂ ਕੈਦ ਕੀਤੀਆਂ ਹੋਈਆਂ ਉਹਨਾਂ ਨੇ। ਹੋਰ ਵੀ ਸੀਗੀਆਂ ਜਾਨੀ ਕਿ ਵਾਈ ਹੁਣ ਕੀ, ਪਰ ਜਦੋਂ ਮੈਂ ਵੇਖੀਆਂ ਨਹੀਂ ਵੀਰ ਜੀ, ਜਾਨੀ ਕਿ ਮੈਨੂੰ ਉਹਨਾਂ ਦਾ ਚਿਹਰਾ ਨਹੀਂ ਦਿਖਾਇਆ। ਜਾਨੀ ਕਿ ਪਰ ਮੈਨੂੰ ਤਾਂ ਉਹਨਾਂ ਨੇ ਅਲੱਗ ਕਮਰੇ 'ਚ ਕੀਤਾ ਕੈਦ। ਉਹਨਾਂ ਨੇ ਹੋਰਾਂ ਨੂੰ ਵੀ ਅਲੱਗ ਕਮਰੇ 'ਚ ਕੈਦ ਕੀਤਾ। ਇੱਕ ਵਾਰੀ ਜਦੋਂ ਮੈਂ ਗਈ, ਉਹਨਾਂ ਨੇ ਕੁੜੀਆਂ ਦੇ ਵਿੱਚ ਬਿਠਾਇਆ। ਉਹਨਾਂ ਨੇ ਉਹ ਵੀਡੀਓ ਮੇਰੀ ਵੇਖ ਲਈ ਵੀ ਹਾਂ ਵੀ ਜਾਨੀ ਕਿ ਕੁੜੀਆਂ ਦੇ ਵਿੱਚ ਬੈਠੀ ਆ। ਫਿਲਹਾਲ ਕਿ ਕੈਮਰੇ ਉਹਨਾਂ ਨੇ ਵੈਸੇ ਪ੍ਰੋਸਪੈਕਟ ਉੱਦਾਂ ਲਾਏ ਹੋਏ ਨੇ, ਪਰ ਅੱਗੇ ਕੈਮਰਿਆਂ ਕੋਈ ਕੈਮਰਾ ਨਹੀਂ ਹੈਗਾ ਗਾ। ਕੋਈ ਕੈਮਰਾ ਨਹੀਂ ਹੈਗਾ। ਇੱਕ ਵਾਰੀ ਉਹਨਾਂ ਨੇ ਫਾਰਮੈਲਿਟੀ ਤੌਰ ਤੇ ਹਾਲ ਦੇ ਵਿੱਚ ਤੇ ਕਿਚਨ ਦੇ ਵਿੱਚ ਲਾਇਆ, ਤੇ ਬਸ ਇੱਕ ਕਮਰੇ ਦੇ ਵਿੱਚ ਲਾਇਆ। ਬਾਕੀ ਕੋਈ ਕਿਤੇ ਵੀ ਕੈਮਰਾ ਨਹੀਂ ਹੈਗਾ ਜਿੱਥੇ ਕਿ ਕੁੜੀਆਂ ਫਿਲਹਾਲ ਰੱਖੀਆਂ ਜਾਂਦੀਆਂ ਕੱਲੀਆਂ। ਤੁਹਾਡੀ ਜਿਹੜੇ ਤੁਹਾਡੇ ਵੌਇਸ ਨੋਟ ਸੀ, ਉਹ 'ਚ ਤੁਸੀਂ ਕਹਿ ਰਹੇ ਸੀਗੇ, ਕਹਿੰਦੇ ਵੀ ਉਹ ਲੋਕ ਇਹ ਗੱਲ ਕਹਿੰਦੇ ਨੇ ਕਿ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਥੇ ਕੀ ਹੋਣਾ ਜਾਂ ਉੱਥੇ ਕੀ ਹੁੰਦਾ ਹੈ, ਤੁਹਾਨੂੰ ਕਿਉਂ ਨਹੀਂ ਸੀ ਪਤਾ? ਆਖਰਕਾਰ ਉਹਨਾਂ ਨੂੰ ਇਹ ਸੀਗਾ ਵੀ ਜੇ ਤੁਸੀਂ ਆਏ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਤੁਸੀਂ ਕੀ ਕਰਨਾ ਉੱਥੇ। ਹਾਂਜੀ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਪਤਾ ਹੋਣਾ ਚਾਹੀਦਾ, ਪਰ ਮੈਨੂੰ ਇਹ ਪਤਾ ਸੀ ਕਿ ਮੈਂ ਹਾਊਸਮੇਟ ਦੇ ਕੰਮ ਤੇ ਜਾਣਾ। ਮੈਨੂੰ ਹਾਊਸਮੇਟ ਦਾ ਕਹਿ ਕੇ ਹੀ ਭੇਜਿਆ ਗਿਆ ਸੀਗਾ। ਤੇ ਮੈਂ ਤਾਂ ਇਹੋ ਹੀ ਸੋਚਿਆ ਸੀ ਕਿ ਮੈਨੂੰ ਹਾਊਸਮੇਟ ਦੇ ਕੰਮ ਤੇ ਹੀ ਜਾਣਾ ਵਾ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਹਾਊਸਮੇਟ ਦੇ ਕੰਮ ਤੇ ਆਈ ਹਾਂ। ਉਹਨਾਂ ਨੇ ਸਾਨੂੰ ਕਿਹਾ ਨਹੀਂ, ਤੈਨੂੰ ਅਨਮੈਰਿਡ ਕਰਕੇ ਭੇਜਿਆ ਗਿਆ, ਤੈਨੂੰ ਅਸੀਂ ਵੀ ਜਾਨੀ ਕਿ ਇਸ ਤਰ੍ਹਾਂ ਲਿਆਂਦਾ ਵਾ। ਤੇ ਮੈਂ ਕਿਹਾ ਨਹੀਂ, ਮੈਨੂੰ ਰੇਸ਼ਮ ਸਿੰਘ ਨੇ ਹਾਊਸਮੇਟ ਦੇ ਕੰਮ ਤੇ ਸਿੱਧਾ ਹੀ ਦੱਸਤਾ ਸੀਗਾ ਵੀ ਸਾਡਾ ਮਕਸਦ ਕੋਈ ਹੋਰ ਨਹੀਂ, ਜਾਂ ਹੋਰ ਕੋਈ ਕੰਮ ਕਰਾਉਣਾ ਨਹੀਂ ਹੈਗਾ, ਵੀ ਅਸੀਂ ਤਾਂ ਬਸ ਸਿਰਫ। ਹਾਂਜੀ, ਉਹ ਕਹਿੰਦੇ ਜੇ ਕੋਈ ਹਾਊਸਮੇਟ ਦਾ ਜੇ ਕੋਈ ਲੈਣ ਆਇਆ ਤਾਂ ਅਸੀਂ ਤੇਰੀ ਵੀਡੀਓ, ਜਾਨੀ ਕਿ ਜੇ ਤੈਨੂੰ ਕਿਸੇ ਨੇ ਹਾਊਸਮੇਟ 'ਚ ਪਸੰਦ ਕੀਤਾ ਤਾਂ ਫੇਰ ਇਹਦਾ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਨਹੀਂ, ਮੈਂ ਪਸੰਦ ਆਉਣ 'ਚ ਤਾਂ ਨਾ ਆਉਣ 'ਚ ਮੈਨੂੰ ਕੋਈ ਮਤਲਬ ਨਹੀਂ। ਮੈਂ ਹਾਊਸਮੇਟ ਦੇ ਕੰਮ ਤੇ ਹੀ ਆਈ ਤੇ ਹਾਊਸਮੇਟ ਦਾ ਕੰਮ ਹੀ ਕਰਨਾ ਵਾ। ਤੇ ਮੈਂ ਕਿਹਾ ਮੈਂ ਕੋਈ ਇਹੋ ਜਿਹਾ ਗਲਤ ਕਦਮ ਨਹੀਂ ਚੱਕਣਾ। ਮੈਂ ਆਪਣੇ ਪਰਿਵਾਰ ਨੂੰ 2 ਨੰਬਰ ਦੇ ਕੰਮ ਮੈਂ ਕੋਈ ਨਹੀਂ ਕਰ ਸਕਦੀ ਗੀ ਮੈਂ, ਕਿਉਂਕਿ ਆਪਣਾ ਜੇ ਮੈਂ ਸੋਚਿਆ ਜੇ ਜਾਨੀ ਕਿ ਇਹਨੇ ਆਪਣੇ ਪਰਿਵਾਰ ਨੂੰ ਧੋਖਾ ਦੇਣਾ ਸੀ, ਫਿਰ ਮੈਂ ਉੱਥੇ ਹੀ ਕਰਦੀ ਇਹੋ ਜਿਹੇ ਕੰਮ। ਮੈਂ ਨਹੀਂ, ਮੈਂ ਹਾਊਸਮੇਟ ਦੇ ਆਪਣੀ ਮਿਹਨਤ ਕਰਨਾ ਇਸ ਲਈ। ਕਿੰਨੇ ਕੁ ਦਿਨ ਸਿਲਸਿਲਾ ਚੱਲਿਆ ਇਹ ਚੱਲਿਆ ਤਕਰੀਬਨ ਮੇਰੇ ਨਾਲ 15-16 ਦਿਨ ਤਾਂ ਚੱਲਦਾ ਰਿਹਾ। ਜਦੋਂ ਤੋਂ ਇਹਨਾਂ ਨੇ ਵੀ, ਜਦੋਂ ਮੈਂ ਇਹਨਾਂ ਨੂੰ ਵਾਈ ਭੇਜਤੀ ਇਦਾਂ ਕਰਕੇ ਬੰਦੇ, ਹੁਣ ਜਦੋਂ ਉਹ ਬੰਦੇ ਨਹੀਂ ਸੀ ਵੈਸੇ, ਹੁਣ ਮੈਨੂੰ ਇਹਨਾਂ ਨਹੀਂ ਨਾ ਪਤਾ ਮਾਰਕਸ ਪੈਣ ਕੇ ਆਉਂਦੇ, ਹੋ ਸਕਦਾ ਉਹੀ ਹੋਣ। ਫਿਰ ਜਦੋਂ ਆਪਦਾ ਪੂਰਾ ਜਾਨੀ ਕਿਸੇ ਦਿਨ ਢੱਕ ਕੇ ਆਉਂਦੇ ਸੀਗੇ ਸਾਰਾ ਕੁਝ, ਗਰੀਬ ਕਰਕੇ ਆਉਂਦੇ ਸੀ।
ਗਲਵਸ ਪਹਿਨ ਕੇ ਆਉਂਦੇ ਸੀ, ਕੋਈ ਸ਼ਕਲ ਨਹੀਂ ਦਿਖਾਉਂਦੇ ਸੀ। ਕਦੀ ਮੈਨੂੰ ਅਜ਼ਮਾਨ, ਕਦੀ ਓਮਾਨ, ਕਦੀ ਮਾਸਕਟ ਇਦਾਂ ਲੈ ਜਾਂਦੇ ਸੀ, ਜਿੱਥਾ ਕਿ ਮੇਰੇ ਫਿਲਹਾਲ ਮੇਰੀਆਂ ਅੱਖਾਂ ਵੀ ਬੰਨ ਲੈਂਦੇ ਸੀਗੇ। ਬਲੈਕ ਗੱਡੀ ਸੀਗੀ ਉਹਨਾਂ ਦੀ, ਬਲੈਕ ਸ਼ੀਸ਼ੇ ਸੀਗੇ, ਜਿੱਥੇ ਕਿ ਮੈਨੂੰ ਸਿਰਫ ਇੰਨਾ ਕੁ ਪਤਾ ਲੱਗਦਾ ਸੀ ਕਿ ਓਮਾਨ ਤੇ ਮਾਸਕਟ ਦਾ ਨਾਂ ਲੈਂਦੇ। ਬਾਕੀ ਕੋਈ ਉਹਨਾਂ ਦੀ ਮੈਨੂੰ ਭਾਸ਼ਾ ਵੀ ਅਰਬੀ ਨਹੀਂ ਆਉਂਦੀ ਸੀ, ਇੰਨੀ ਮੈਂ ਪੜ੍ਹੀ ਲਿਖੀ ਵੀ ਹੈ ਨਹੀਂ। 5 ਕਲਾਸਾਂ ਤੁਹਾਨੂੰ ਪਤਾ ਹੀ ਹੈ ਵੀ ਇੰਨੀਆਂ ਕੁ ਪੰਜਾਬੀ ਗਰੀਬ ਲੋਕ ਪੜ੍ਹਾ ਸਕਦਾ। ਲੈਂਗੁਏਜ ਕੋਈ ਜ਼ਰੂਰੀ ਨਹੀਂ ਚੰਗੇ ਵੀ ਪੜ੍ਹੇ ਲਿਖੇ ਨੂੰ ਆਉਂਦੀ ਹੋਵੇ। ਉੱਥੋਂ ਜਦੋਂ ਲਿਜਾਂਦੇ ਸੀਗੇ ਉੱਦਾਂ ਦਾ ਮੇਨ ਉੱਥੇ ਜਦੋਂ ਗੱਲਬਾਤ ਤੁਸੀਂ ਕਰਦੇ ਸੀਗੇ, ਉਹ ਕਹਿੰਦੇ ਕੀ ਸੀ, ਲਿਜਾਂਦੇ ਕਾਹਦੇ ਵਾਸਤੇ ਸੀਗੇ ਉੱਥੇ? ਜਦੋਂ ਤੁਹਾਡੇ ਨਾਲ ਜੇ ਉਹਨਾਂ ਨੇ ਮਾੜਾ ਕੰਮ ਕਰਨਾ ਸੀ ਤਾਂ ਫਿਰ ਉੱਥੇ ਹੀ ਕਰੀ ਜਾਂਦੇ। ਉੱਥੇ ਮੈਨੂੰ ਇਹ ਕਹਿ ਕੇ ਲਿਜਾਂਦੇ ਸੀ ਵੀ ਚੱਲ ਜਾਣੀ ਕਿ ਆਪਾਂ ਜਾਣੀ ਕਿ ਤੁਹਾਡੇ ਹੋਰ ਉੱਥੇ ਸੈਨ ਹੋਣੇ ਆ, ਉੱਥੇ ਇਦਾਂ ਕਰਨਾ ਤੁਸੀਂ, ਜਾਂ ਤੁਹਾਡਾ ਜਾਣੀ ਕਿ ਮੇਰੇ ਮੈਡੀਕਲ ਵੀ ਖੈਰ ਉਹਨਾਂ ਨੇ ਬਹੁਤ ਕਰਵਾਏ। ਤੇ ਮੈਂ ਸੋਚਿਆ, ਮੈਂ ਕਿਹਾ ਮੇਰੇ ਇੰਨੇ ਮੈਡੀਕਲ ਕਿਉਂ ਕਰਵਾਏ ਜਾਂਦੇ? ਫਿਲਹਾਲ ਕਿ ਮੈਥੋਂ ਇੰਡੀਆ ਤੋਂ ਸਾਰੇ ਆਪਦੇ ਟੈਸਟ ਕਰਵਾ ਕੇ ਗਈ ਸੀ। ਅੱਛਾ। ਤੇ ਮੇਰੇ ਵਾਰ-ਵਾਰ ਮੈਡੀਕਲ ਮੈਨੂੰ ਤੁਸੀਂ ਬਾਹਰ ਨਹੀਂ ਕਿਤੇ ਰੌਲਾ ਪਾਇਆ? ਕਿਉਂਕਿ ਹੋਰ ਲੋਕ ਵੀ ਹੁੰਦੇ ਹੋਣੇ ਆ, ਜਦ ਤੁਹਾਨੂੰ ਬਾਹਰ ਲੈ ਜਾਂਦੇ ਹੋਣੇ ਆ, ਉੱਥੇ ਤਾਂ ਹੁੰਦੇ ਹੋਣੇ ਆ ਹੋਰ ਲੋਕ। ਨਹੀਂ, ਉੱਥੇ ਜਿੱਥੇ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਕੋਈ ਜਾਣੀ ਕਿ ਤਕਰੀਬਨ ਛੋਟਾ ਜਿਹਾ ਘਰ ਸੀ, ਮੈਨੂੰ ਲੱਗਦਾ ਉਹ ਕੋਈ ਰਲੇ ਹੀ ਹੋਏ ਸੀ ਉਹਨਾਂ ਨਾਲ। ਅੱਛਾ। ਜਿੱਥੇ ਮੈਨੂੰ ਲੈ ਕੇ ਜਾਂਦੇ ਸੀ, ਜੇ ਕੋਈ ਖੁੱਲੀ ਜਗ੍ਹਾ ਜਾਂ ਕਿਤੇ ਵੀ ਬਾਜ਼ਾਰ 'ਚ ਲੈ ਕੇ ਜਾਂਦੇ, ਮੈਨੂੰ ਪੰਜਾਬੀ ਕੋਈ ਵੀ ਦਿਸਦਾ, ਕੋਈ ਵੀ ਇੰਡੀਅਨ ਲੋਕ ਦਿਸਦੇ, ਮੈਂ ਰੌਲਾ ਪਾਉਂਦੀ। ਪਰ ਮੇਰੇ ਮਕਸਦ ਇਹ ਕਿ ਉੱਥੇ ਉਹਨਾਂ ਦੇ ਰਲੇ ਹੀ ਹੋਏ ਸੀ, ਉਹਨਾਂ ਦੀ ਕਾਰਵਾਈ ਉਹੀ ਚੱਲਦੀ ਹੈ, ਜਿੰਨਾ ਵੀ ਕੰਮ ਉਹਨਾਂ ਦੇ ਉਹੀ ਚੱਲਦਾ ਵਾ। ਤੇ ਹੁਣ ਜੇ ਗੱਲ ਕਰੀਏ, ਹੁਣ ਜਿਵੇਂ ਤੁਸੀਂ ਵਾਪਸ ਆਏ, ਜਿਹੜੇ ਇਹ ਤੁਸੀਂ ਵੌਇਸ ਨੋਟ ਭੇਜੀ ਦੀ ਸਟਾਰਟਿੰਗ 'ਚ ਭੇਜਦੇ ਸੀ ਜਾਂ ਬਾਅਦ 'ਚ ਭੇਜੇ ਫਿਰ ਤੁਸੀਂ ਕਈ ਦਿਨਾਂ ਤੋਂ ਬਾਅਦ, ਜਦੋਂ ਤੁਹਾਨੂੰ ਪਤਾ ਲੱਗਿਆ ਵੀ ਆਹ ਮਾੜਾ ਕੰਮ ਹੋ ਗਿਆ? ਦਾ ਜਿੱਦਣ ਮੈਂ ਜਾਣੀ ਕਿ 16 ਤਰੀਕ ਨੂੰ ਗਈ, ਮੈਂ 16 ਤਰੀਕ ਨੂੰ ਉਹਨਾਂ ਦੇ ਜਾਣੀ ਕਿ ਮੈਨੂੰ ਗਲਤ ਮੇਰੇ ਨਾਲ ਇਸਤੇਮਾਲ ਕੀਤਾ, ਰਜਿਸਟ੍ਰੇਸ਼ਨ ਕੀਤਾ। ਤੇ ਮੈਂ ਇਹਨਾਂ ਨੂੰ ਕਿਹਾ ਮੇਰੀ ਰੇਸ਼ਮ ਸਿੰਘ ਨਾਲ ਗੱਲ ਕਰਵਾਈ ਜਾਵੇ, ਤੇ ਉਹ ਕਹਿੰਦੇ ਨਹੀਂ ਹੋ ਸਕਦੀ। ਫਿਰ ਮੈਂ 17 ਤਰੀਕ ਨੂੰ ਮੈਂ ਰੂ ਕੇ ਕਿਹਾ, ਮੈਂ ਚਲੋ ਮੇਰੇ ਘਰੇ ਤਾਂ ਗੱਲ ਕਰਵਾ ਦਿਓ। ਪਰ ਮੈਂ ਘਰੇ ਉਹਨਾਂ ਦੇ ਮੋਬਾਈਲ ਦੇ ਵਿੱਚ ਹੀ, ਮੇਰੇ ਮੋਬਾਈਲ ਤਾਂ ਉਹਨਾਂ ਨੇ ਖੋਲਿਆ ਸੀ, ਮੈਂ ਉਹਨਾਂ ਦੇ ਮੋਬਾਈਲ ਦੇ ਵਿੱਚ ਹੀ ਰਿਕਾਰਡਿੰਗ ਲੱਗੀ ਸੀ, ਪਰ ਉਹਨਾਂ ਨੇ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਰਿਕਾਰਡਿੰਗ ਲਾਈ ਸੀ ਜਾਂ ਨਹੀਂ। ਪਰ ਮੈਂ ਆਪਣੀ ਬੇਟੀ ਨੂੰ ਮੈਨੂੰ ਦੱਸਣਾ ਪਿਆ ਮਜਬੂਰੀ ਨੂੰ ਵੀ ਮੇਰੇ ਨਾਲ ਇੱਦਾਂ ਕੰਮ ਹੁੰਦਾ, ਮੈਨੂੰ ਤੁਸੀਂ ਕਿੱਦਾਂ ਨਾ ਕਿੱਦਾਂ ਕੱਢੋ। ਪਰ ਮੈਨੂੰ ਵੀ ਲੱਗਦਾ ਨਹੀਂ ਸੀ ਕਿ ਮੈਂ ਨਿਕਲ ਆਉਂਗੀ ਜਿੱਦਾਂ ਮੈਂ, ਜਾਣੀ ਕਿ ਮੁੜ ਕੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਮੋਬਾਈਲ ਵੀ ਖੋਲਿਆ। ਕਦੀ ਕਿੱਦਾਂ ਮੇਰੇ ਨਾਲ ਵਰਤਾਓ ਬਹੁਤ ਮਾੜਾ ਕਰਦੇ ਰਿਹਾ ਮੇਰੇ ਨਾਲ, ਉਹ ਜ਼ਿਆਦਾ ਹੀ। ਤੇ ਇਸ ਕਰਕੇ ਫਿਰ ਮੁੜ ਕੇ ਉਹਨਾਂ ਨੇ ਮੈਨੂੰ ਮਾਣ ਮਾਸਕਟ ਭੇਜਦਾ। ਫਿਰ ਮੇਰੇ ਵੈਸੇ ਫੋਨ ਹੱਥ ਲੱਗਿਆ, ਫਿਰ ਮੈਂ ਆਪਣੇ ਭਰਾ ਨੂੰ ਵੀ ਜਾਣੀ ਕਿ ਭੇਜਦੀ ਰਹੀ ਵੀ ਮੇਰੇ ਨਾਲ ਭਰਾਵਾ ਇਦਾਂ ਹੁੰਦਾ। ਮੈਨੂੰ ਕੋਈ ਉਹਨਾਂ ਨੇ ਹਾਊਸਮੇਟ ਦਾ ਕੰਮ ਨਹੀਂ ਦਵਾਇਆ, ਜਿਹਦੇ ਕਿ ਫਿਲਹਾਲ ਮੈਂ ਇਹਨਾਂ ਨੂੰ ਦੱਸਣ ਦੇ ਬਾਵਜੂਦ ਵੀ ਕਿ ਮੇਰੇ ਨਾਲ ਆਹ ਕੰਮ ਹੋਇਆ, ਇਹਨਾਂ ਨੇ ਫਿਰ ਵੀ ਇਹਨਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਵੀ ਇਹਨਾਂ ਨੇ ਕਹਿਤਾ ਵੀ ਨਹੀਂ ਉਹਨੂੰ ਕੰਮ ਮਿਲੂਗਾ ਹਾਊਸਮੇਟ ਦਾ। ਮੈਂ ਆਪਣੇ ਘਰਦਿਆਂ ਨੂੰ ਕਹਿੰਦੀ ਰਹੀ। ਵੈਸੇ ਜਦੋਂ ਆਹ ਸਾਰੀ ਚੀਜ਼ਾਂ ਹੋ ਰਹੀਆਂ ਸੀਗੀਆਂ, ਉਸ ਦੌਰਾਨ ਇਹ ਸੀਗਾ ਕਿ ਆਖਰ ਉਹਨਾਂ ਨੇ, ਜੇ ਤੁਸੀਂ ਉਹਨਾਂ ਨਾਲ ਰਜ਼ਾਮੰਦ ਹੋ ਜਾਂਦੇ, ਫਿਰ ਤੁਹਾਨੂੰ ਪੈਸੇ ਵੀ ਦਿੰਦੇ ਜਾਂ ਤੁਹਾਨੂੰ ਜਿਵੇਂ ਕਹੀਏ ਕਿ ਆਜ਼ਾਦੀ ਵਾਂਗੂ ਰੱਖਦੇ? ਇਹ ਚੀਜ਼ ਉਹਨਾਂ ਨੇ ਕੋਈ ਤੁਹਾਨੂੰ ਆਪ ਲੋਭ ਲਾਲਚ ਦਿੱਤਾ? ਫਿਰ ਉਹਨਾਂ ਨੇ ਕਿਹਾ ਵੀ ਜੇ ਤੂੰ ਐਡਜਸਟ ਕਰ ਲੇਂਗੀ ਸਾਡੇ ਵਿੱਚ ਤਾਂ ਤੂੰ ਵਧੀਆ, ਤੈਨੂੰ ਵਧੀਆ ਸਮਝਾਂਗੇ। ਪਰ ਮੈਂ ਕਿਹਾ ਵੀ ਮੈਂ ਐਡਜਸਟ ਨਹੀਂ ਕਰ ਸਕਦੀ, ਮੈਂ ਨਹੀਂ ਕਰਨਾ, ਕਿਉਂਕਿ ਮੈਂ ਆਪਣੀ ਸੰਚਾਈ ਤੇ ਆਪਣੇ ਪਰਿਵਾਰ ਨੂੰ ਮੈਂ ਹਾਊਸਮੇਟ ਦਾ ਕਹਿ ਕੇ ਗਈ ਸੀ। ਜੇ ਜਾਨੀ ਕਿ ਮੈਂ ਇਹਨੇ ਪਰਿਵਾਰ ਨੂੰ ਧੋਖਾ ਦੇ ਕੇ, ਜਾਨੀ ਕਿ ਕਈ ਕੁੜੀਆਂ ਕਰੀ ਵੀ ਜਾਂਦੀਆਂ, ਪਰ ਨਹੀਂ, ਮੈਂ ਵੀਰ ਜੀ ਨਹੀਂ ਕਰ ਸਕਦੀ। ਲੱਗਦਾ ਵੀ ਹੋਰ ਵੀ ਹੋਣੀਆਂ ਤੁਹਾਡੇ ਵਰਗੀਆਂ ਕੁੜੀਆਂ ਹੈਗੀਆਂ ਜੀ, ਜਿਨ੍ਹਾਂ ਦੀ ਫਿਲਹਾਲ ਕਿ ਮੈਂ ਇੱਕ ਕੁੜੀ ਨੂੰ ਜਾਣਦੀ ਸੀ, ਜਾਨੀ ਕਿ ਬਾਕੀ ਉਹਨਾਂ ਨੇ ਨੰਬਰ ਨਹੀਂ ਲੈਣ ਦਿੰਦੇ ਸੀ ਇਦਾਂ ਉਦਾਂ, ਇੱਕ ਦੂਜੀ ਦੇ ਕੈਮਰੇ ਦੇ ਵਿੱਚ ਨੰਬਰ, ਤਾਂ ਇੱਕ ਦੂਜੀ ਨੂੰ ਬਿਲਕੁਲ ਵੀ ਨਹੀਂ ਕੁੜੀ ਦੇ। ਉਹਨੇ ਕੀ ਗੱਲਬਾਤ ਕਰੀ? ਪੰਜਾਬ ਦੀ ਸੀ ਜਾਂ ਬਾਹਰੋਂ ਸੀ? ਉਹ ਹੈਗੀ ਹੈ ਜਾਨੀ ਕਿ ਉੱਥੋਂ ਦੀ ਆ, ਹਰਿਆਣੇ ਦੀ ਆ। ਅੱਛਾ। ਉਹਨੇ ਮਿਲਾ ਦਾ ਨਾਂ, ਉਹਦਾ ਤਾਂ ਨੰਬਰ ਵੀ ਯਾਦ ਆ, ਪਰ ਉਹਦਾ ਨੰਬਰ ਕਾਲ ਲੱਗ ਨਹੀਂ ਰਹੀ ਉਹਦੀ। ਅੱਛਾ। ਨੈਟ ਬੰਦ ਹੀ ਆਈ ਜਾਂਦਾ ਵਾ ਉਹਦਾ ਨੰਬਰ। ਮੈਂ ਆਪਣੇ ਭਰਾ ਨੂੰ, ਉਹਨੂੰ ਮੈਂ ਕਿਹਾ ਸੀ, ਮੈਂ ਤੂੰ ਚੱਲੀ ਆ, ਤੂੰ ਮੇਰੇ ਭਰਾ ਨੂੰ ਕਰਦੀ, ਪਰ ਉਹ ਵਿਚਾਰੀ ਆਪ ਪਤਾ ਨਹੀਂ ਉਹਨਾਂ ਨੇ ਕਿੱਥੇ ਬੰਦ ਕੀਤੀ, ਕਿੱਥੇ ਨਹੀਂ। ਅੱਛਾ। ਉਹਦਾ ਵੀ ਐਂ ਮਾੜਾ ਕੰਮ? ਉਹ ਵੈਸੇ ਦੱਸ ਨਹੀਂ ਰਹੀਗੀ, ਉਹ ਡਰਦੀ ਬਹੁਤ ਆ, ਦੱਸ ਨਹੀਂ ਰਹੀਗੀ ਉਹ, ਕਿਉਂਕਿ ਦੱਸਣਾ ਚਾਹੀਦਾ ਵਾ, ਕਿਉਂਕਿ ਡਰ ਕੇ ਨਹੀਂ ਰਹਿਣਾ ਚਾਹੀਦਾ। ਮੈਂ ਨਹੀਂ ਚਾਹੁੰਦੀ ਕਿ ਮੇਰੇ ਤਰ੍ਹਾਂ ਕੋਈ ਹੋਰ ਵੀ ਕਿਸੇ ਦੀ ਕੁੜੀ, ਮੇਰੀ ਤਾਂ ਜਿਹੜੀ ਇੱਜ਼ਤ ਖਰਾਬ ਕਰਨ ਵਾਲੀ ਹੋ ਗਈ, ਪਰ ਮੈਂ ਨਹੀਂ ਚਾਹੁੰਦੀ ਵੀ ਕਿਸੇ ਹੋਰ ਦੀ ਵੀ ਧੀ ਭੈਣ ਜਾਇਦਾ ਫਸਾਈਆਂ ਜਾਂਦੀਆਂ, ਜਾ ਕੇ ਧੋਖੇ ਨਾਲ ਕੋਈ ਜਾ ਕੇ ਕਰੀ ਵੀ ਜਾਂਦੀਆਂ ਐਡਜਸਟ, ਪਰ ਨਹੀਂ ਚਾਹੀਦਾ ਇਦਾਂ ਦਾ ਕਰਨਾ ਕਿਸੇ ਨੂੰ ਵੀ ਕੰਮ। ਵਕੀਲ ਸਾਹਿਬ, ਜਿਵੇਂ ਹੁਣ ਇਹ ਉਰੇ ਆ ਗਈ ਆ, ਹੁਣ ਅੱਗੇ ਦੀ ਕਿਉਂਕਿ ਜੇ ਦੇਖੀਏ ਇਹ ਜਿਹੜੇ ਹਿਸਾਬ ਦੇ ਨਾਲ ਕੁੜੀ ਦੱਸਦੀ ਹੈ ਕਿ ਆਖਰ ਉਹ ਤਾਂ ਚਲੋ ਟੋਟਲੀ ਫਰਾਡ ਹੀ ਹੋ ਗਿਆ, ਜਦੋਂ ਲਿਆਣਾ ਕੁਛ ਸੀ, ਕਰਨਾ ਕੁਛ ਸੀ, ਹੋ ਗਿਆ ਕੁਛ ਵੀ ਉੱਥੇ। ਤੇ ਹੁਣ ਅੱਗੇ ਦਾ ਕੀ ਹੈਗਾ? ਕੋਈ ਉਹਨਾਂ ਦੇ ਨਾਲ ਵੈਸੇ ਕੋਈ ਗੱਲਬਾਤ ਹੋਈ ਜਿਹੜੇ ਏਜੰਟ ਸੀਗੇ ਪੂਰੇ ਮਾਮਲੇ ਦੇ ਵਿੱਚ, ਜਾਂ ਉਹਨਾਂ ਦੀ ਕੋਈ ਅਰੈਸਟ ਹੋਈ ਆ? ਇੱਕ ਲੇਡੀ ਏਜੰਟ ਹੈ ਜੀ, ਉਹਦੀ ਅਰੈਸਟ ਹੋਈ ਵੀ ਹੈ, ਆਲਰੇਡੀ ਸੀਗੀ। ਰੇਸ਼ਮ ਸਿੰਘ ਜਿਹੜਾ ਏਜੰਟ ਹੈ ਮੇਨ, ਉਹ ਭਗੌੜਾ ਹੈ ਜੀ, ਉਹਨੇ ਐਂਟੀਸਪੀਟਰੀ ਬੇਲ ਲਾਈ ਸੀ, ਉਹ ਅਜੇ ਪੈਂਡਿੰਗ ਹੈ, ਤੇ ਲੜਕੀ ਦੀ ਵੀ ਪੈਂਡਿੰਗ ਹੈ ਬੇਲ। ਫਿਰ ਇਹਨਾਂ ਦੇ ਮੇਨ ਉੱਤੇ ਇੱਕ ਏਜੰਟ ਹੈ ਗੁੜਗਾਉਂ ਤੋਂ ਕੋਈ, ਤੇ ਉਹਦੇ ਤੇ ਅਸੀਂ ਕਾਰਵਾਈ ਦਾ ਪੂਰਾ ਜ਼ੋਰ ਲਾ ਰਹੇ ਹਾਂ। ਇਹ ਜੇ ਕਹੀਏ ਕਿ ਮੇਨ ਉਰੋਂ ਜਿਹੜਾ ਉਹਨਾਂ ਦੇ ਨਾਲ ਜੇ ਕਹਿ ਦਈਏ ਵੀ ਇਹ ਤਾਂ ਉਹ ਨੀਚੇ ਆ ਗਏ ਛੋਟੇ ਛੋਟੇ ਪੈਸੇ ਵੀ, ਜਿਹੜਾ ਮੇਨ ਅੱਗੇ ਭੇਜਦਾ ਹੈਗਾ। ਹਾਂਜੀ, ਮੇਨ ਅਸਲ 'ਚ ਇੱਕ ਕੰਪਨੀ ਇਨਵੋਲਵ ਹੈ ਜੀ, ਤੇ ਉਹ ਕੰਪਨੀ ਦੇ MD ਦੇ ਘਰੇ ਹੀ ਇਹਨਾਂ ਨੂੰ ਪਹਿਲੇ ਵਾਰੀ ਰੱਖਿਆ ਗਿਆ ਸੀ। ਇਹਨਾਂ ਤੋਂ ਨਾਮ ਪੁੱਛਿਆ ਸੀ ਮੈਂ ਉਸ ਕੰਪਨੀ ਦੇ MD ਦਾ, ਮਤਲਬ ਜਿਹੜੇ ਘਰੇ, ਹਾਂ, ਉਸ ਮਿਰਾਜ ਨਾਮ ਹੈ ਉਸ ਆਦਮੀ ਦਾ, ਜਿਹੜੇ ਉੱਥੇ ਲੈ ਕੇ। ਫਿਰ ਜਿਹੜੇ ਕੰਪਨੀ ਦੇ ਐਗਰੀਮੈਂਟ 'ਤੇ ਇਹਨਾਂ ਨੇ ਸਾਈਨ ਕੀਤੇ ਸੀ, ਉਹ 'ਤੇ ਦੇਖਿਆ MD ਹੈ ਉਸ ਕੰਪਨੀ ਦਾ ਉਹ, ਤੇ ਅਸੀਂ ਉਸ 'ਤੇ ਕਾਰਵਾਈ ਕਰਵਾਉਣੀ ਹੈ ਪਹਿਲਾਂ ਤਾਂ, ਸਭ ਤੋਂ ਪਹਿਲਾਂ ਕੰਪਨੀ 'ਤੇ ਕਾਰਵਾਈ, ਫਿਰ ਇਹ
ਹੌਲੀ ਹੌਲੀ ਪਿਆਦੇ ਜਿਹੜੇ ਥੱਲੇ ਆ, ਗੁੜਗਾਉਂ ਦਾ ਏਜੰਟ, ਫਿਰ ਉਹਦੇ ਪੰਜਾਬ ਦੇ ਏਜੰਟ ਪਾਲ ਰੱਖੇ ਅੱਗੇ, ਤੇ ਉਹ ਤਾਂ ਆਲਰੇਡੀ ਹੁਣ FIR ਉਹਨਾਂ ਤੇ ਹੈਗੀ ਆ। ਉਦੋਂ ਉਹ ਤੁਹਾਨੂੰ ਇਹ ਪਤਾ ਸੀ ਵੀ ਜਿਹੜੀ ਕੰਪਨੀ ਵਾਸਤੇ, ਜਾਂ ਕਹੀਏ ਕਿ ਜਿਵੇਂ ਆਮ ਤੌਰ ਤੇ ਪਤਾ ਹੁੰਦਾ ਤੇ ਇੱਕ ਦੇਸੀ ਤੌਰ ਤੇ ਵੀ ਉਰੇ ਕੰਪਨੀਆਂ ਨੇ ਅੱਗੇ ਭੇਜਦੀਆਂ ਨੇਗੀਆਂ, ਵੀ ਇਹ ਉਹੀ ਕੰਪਨੀ ਵਾਲਾ ਬੰਦਾ? ਵੀਰ ਜੀ ਮੈਨੂੰ ਕੰਪਨੀ ਦਾ ਨਾਂ ਤੱਕ ਨਹੀਂ ਦੱਸਿਆ ਇਹਨਾਂ ਨੇ, ਮੈਨੂੰ ਕੋਈ ਨਾਂ ਦਾ ਪਤਾ ਨਹੀਂ ਸੀ, ਨਾ ਹੀ ਮੈਂ ਪੇਪਰ ਪੜ੍ਹੇ, ਇੰਨਾ ਵੀ ਜਾਣੀ ਕਿ ਪੜ੍ਹੀ ਨਹੀਂ ਸੀ, ਮੈਨੂੰ ਹਿੰਦੀ ਨਾ ਇੰਗਲਿਸ਼ ਆਉਂਦੀ ਸੀ। ਮੈਨੂੰ ਤਾਂ ਬਸ ਉਹਦਾ ਜਾਣੀ ਉਹ ਜਦੋਂ ਉੱਥੇ ਜਾ ਕੇ ਪਤਾ ਲੱਗਿਆ ਵੀ ਜਾਣੀ ਕਿ ਵੀ ਮਿਰਾਜ ਦਾ ਨਾਮ ਆ ਮੁਹੰਮਦ। ਫਿਰ ਉੱਥੇ ਜੇ ਕਿਹਾ ਜਾਵੇ ਕੁੱਟਦੇ ਮਾਰਦੇ ਵੀ ਸੀ, ਤੰਗ ਵੀ ਕਰਦੇ ਸੀ, ਜਾਂ ਇਹ ਉਹਨਾਂ ਨੇ ਬਹੁਤ ਕੀਤੀ। ਜਦੋਂ ਵੀ ਫਿਲਹਾਲ ਕਿ ਜਦੋਂ ਇਹਨਾਂ ਨੇ ਦੱਸਤਾ ਮੇਰੇ ਨਾਲ ਇਸ ਤਰ੍ਹਾਂ ਹੀ ਹੋਈ ਆ, ਤੇ ਮੈਨੂੰ ਉਹਨਾਂ ਕੁੱਟਦੇ ਰਿਹਾ ਵੀ ਤੂੰ ਇੰਡੀਆ ਕਿਉਂ ਦੱਸਿਆ, ਪੰਜਾਬ ਵਿੱਚ ਕਿਉਂ ਦੱਸਿਆ ਤੁਸੀਂ। ਫਿਰ ਇਹਨਾਂ ਨੇ ਜਦੋਂ ਕੇਸ ਦਰਜ ਕਰਤਾ ਪਰਚਾ ਕਰਕੇ, ਫਿਰ ਵੀ ਉਹਨਾਂ ਨੇ ਮੇਰੇ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਰਹੇ, ਮੈਨੂੰ ਕੁੱਟਮਾਰ ਵੀ ਕਰਦੇ ਰਹੇ, ਮੈਨੂੰ ਠੁੱਡਿਆਂ ਨਾਲ ਕੁੱਟਦੇ ਰਹੇ, ਮੇਰੇ ਵਾਲ ਵੀ ਵਿੱਚ ਸਾਈਡਾਂ 'ਚੋਂ ਕੱਟੇ ਹੋਏ ਨੇ, ਵਿਚਾਲਿਆਂ 'ਚੋਂ। ਉਹਨਾਂ ਨੇ ਬਹੁਤ ਮੇਰਾ ਬੁਰਾ ਵਿਵਹਾਰ ਕੀਤਾ। ਉਹ ਸਾਰੇ ਕੱਟਣ ਨੂੰ ਤਿਆਰ ਸੀ ਕਿ ਅਸੀਂ ਤੈਨੂੰ ਜੇ ਤੂੰ ਕਰਤਾ, ਜੇ ਤੂੰ ਪੰਜਾਬ, ਕਈ ਮੈਨੂੰ ਕੁੜੀਆਂ ਨੇ ਉੱਥੇ ਕਿਹਾ ਵੀ ਤੂੰ ਰਜਿਸਟ ਕਰ ਲੈਂਦੀ। ਇੱਕ ਕੁੜੀ ਸੀ ਇੱਥੇ ਲੇਡੀ, ਕਹਿੰਦੀ ਤੂੰ ਕਿਉਂ ਇਹੋ ਜਿਹਾ ਕੰਮ ਕੀਤਾ। ਫਿਲਹਾਲ ਕਿ ਉਹਦਾ ਨਾਂ ਬੇਬੀ ਆ, ਤੇ ਉਹ ਜਾਣੀ ਕਿ ਵੀ ਉਹ ਰਹਿ ਰਹੀ ਉਹਨਾਂ ਦੇ ਘਰ। ਨਹੀਂ ਉਹ ਉਰੇ ਦੀ ਆਸੇ ਪਾਸੇ ਦੀ ਜਾਂ ਉਧਰ ਦੀ ਆ? ਨਹੀਂ ਉਧਰ ਦੀ ਨਹੀਂ, ਉਹ ਇੱਥੋਂ ਅੰਮ੍ਰਿਤਸਰ ਤੋਂ ਹੀ ਆ। ਅੱਛਾ। ਹਾਂ, ਉਹ ਮੈਨੂੰ ਕਹਿੰਦੀ ਵੀ ਤੂੰ ਕਿਉਂ ਇਦਾਂ ਕੀਤਾ। ਮੈਂ ਕਿਹਾ ਵੀ ਮੈਂ ਨਹੀਂ ਕਰ ਸਕਦੀ ਇਹਦਾ, ਬਾਕੀ ਤੁਸੀਂ ਜਿੱਦਾਂ ਮਰਜ਼ੀ ਜਿੰਨਾ ਮਰਜ਼ੀ ਰਹੀ ਜੋ, ਪਰ ਮੈਂ ਨਹੀਂ ਕਰ ਸਕਦੀ। ਮੈਂ ਕਿਹਾ ਮੈਂ ਤਾਂ ਜਾਣੀ ਕਿ ਦੱਸਣਾ ਹੀ ਸੀ, ਮੈਂ ਬਥੇਰੀਆਂ ਕੁੜੀਆਂ ਕਢਵਾਉਂਗੀ। ਮੈਂ ਕਿਹਾ ਜੇ ਜਾਣੀ ਕਿ ਵੀ ਜੇ ਕੋਈ ਨਿਕਲਣੀ ਵੀ ਚਾਹਵੇ ਤਾਂ ਕੋਈ ਆਪ ਨੂੰ ਵੀ ਹਿੰਮਤ ਕਰਨੀ ਪਵੇ ਤਾਂ। ਇੱਕ ਚੀਜ਼ ਤੁਹਾਡੇ ਵੌਇਸ ਨੋਟ 'ਚ ਹੋਰ ਸੀ, ਉਹ ਤੁਸੀਂ ਉਦੋਂ ਕਹਿ ਰਹੇ ਸੀਗੇ, ਕਹਿੰਦੇ ਵੀ ਉਰੇ ਇਹ ਲੋਕ ਕਹਿੰਦੇ ਨੇ ਵੀ ਤੈਨੂੰ ਪਤਾ ਨਹੀਂ ਸੀ ਉਰੇ ਆ ਕੇ ਇਹ ਕੰਮ ਕਰਨਾ, ਉਰੇ ਤਾਂ ਪਹਿਲਾਂ ਆਉਂਦੀਆਂ ਹੀ ਉਹੀ ਨੇ ਜਿਹੜੀਆਂ ਇਹੋ ਜਿਹੇ ਪੁੱਠੇ ਕੰਮ ਕਰਦੀਆਂ। ਹਾਂਜੀ, ਉਹਨਾਂ ਨੇ ਮੈਨੂੰ ਕਿਹਾ, ਉਹਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ। ਮੈਂ ਕਿਹਾ ਮੈਨੂੰ ਤਾਂ ਹਾਊਸਮੇਟ ਦਾ ਹੀ ਪਤਾ ਸੀਗਾ, ਮੈਨੂੰ ਹਾਊਸਮੇਟ ਤੇ ਹੀ, ਰੇਸ਼ਮ ਸਿੰਘ ਨੇ ਹਾਊਸਮੇਟ ਤੇ, ਮੇਰੇ ਫਾਰਮ ਤੇ ਵੀ ਹਾਊਸਮੇਟ ਹੀ ਲਿਖਿਆ ਵੀ ਹਾਊਸਮੇਟ ਤੇ ਜਾਣਾ, ਪਰ ਮੈਨੂੰ ਨਹੀਂ ਕਿ ਧੋਖੇ ਨਾਲ ਹੀ ਭੇਜਿਆ ਗਿਆ ਜੀ। ਅਖੀਰ ਚ ਵਕੀਲ ਸਾਹਿਬ ਜੇ ਕਹੀਏ ਕਿ ਆਖਰ ਚੱਲਦਾ ਉਧਰ ਵੀ ਜੇ ਦੇਖਿਆ ਜਾਵੇ, ਉਹਨਾਂ ਨਾਲ ਵੀ ਇੱਕ ਤਰ੍ਹਾਂ ਦੀ ਠੱਗੀ ਠੋਰੀ ਹੈ, ਯਾਨੀ ਕਿ ਉਹਨਾਂ ਨੂੰ ਤਾਂ ਕਿਹਾ ਜਾਂਦਾ ਵੀ ਉਰੋਂ ਜਿਸ ਤਰ੍ਹਾਂ ਦੇ ਨਾਲ ਕੁੜੀਆਂ ਲਿਜਾ ਕੇ ਉੱਥੇ ਉਹਨਾਂ ਨੂੰ ਵੇਚ ਦਿੰਦੇ ਨੇ ਜਾਂ ਸਮਾ ਦਿੰਦੇ ਨੇ, ਆਖਰਕਾਰ ਲੈ ਜਾਂਦੇ ਉਰੋਂ ਵੀ ਪ੍ਰੋਸਟੀਟਿਊਟ ਹੀ ਨੇ ਆਪਦੀ ਜਾਨ ਚ। ਉਹ ਕਹਿੰਦੇ ਵੀ ਜਿਹੜੇ ਉੱਥੇ ਇਹ ਕੰਮ ਕਰਦੀਆਂ ਨੇ ਤਾਂ ਲਿਜਾ ਕੇ ਫਿਰ ਉਹਨਾਂ ਨੂੰ ਵੀ ਉਹ ਕਹਿੰਦੇ, ਯਾਨੀ ਕਿ ਏਜੰਟ ਹੈ ਜਿਹੜਾ ਉਹ ਦੋਨੇ ਪਾਸੇ ਲੱਡੂ ਖਾਂਦਾ ਹੈ, ਇੱਧਰ ਪੰਜਾਬ 'ਚ ਵੀ ਤੇ ਉੱਧਰ ਸ਼ੇਖਾ ਕਰੀਓ ਵੀ। ਬਿਲਕੁਲ ਜੀ। ਏਜੰਟ ਕੀ ਕਰਦੇ ਆ, ਏਜੰਟ ਪਹਿਲਾਂ ਤਾਂ ਇਹਨਾਂ ਤੋਂ ਪੈਸੇ ਲੈ ਲੈਂਦੇ ਆ ਕਿ ਅਸੀਂ ਤੁਹਾਨੂੰ ਬਾਹਰ ਭੇਜ ਰਹੇ ਹਾਂ, ਫਿਰ ਜਦੋਂ ਉੱਥੇ ਟ੍ਰੈਫਿਕਿੰਗ ਕਰਦੇ ਆ ਇਹ, ਉਹਨਾਂ ਤੋਂ ਵੀ ਪੈਸੇ ਆਉਂਦੇ ਆ ਉਹਨਾਂ ਨੂੰ, ਤੇ ਇਹ ਡਬਲ ਲੱਡੂ ਹੈ ਜੀ। ਬਿਲਕੁਲ ਬਿਲਕੁਲ। ਤੇ ਇਹ ਧੰਦਾ ਇਹੀ, ਏਜੰਟਾਂ ਨੂੰ ਪੱਕਾ ਪਤਾ ਹੁੰਦਾ ਵੀ ਇਹ ਕੰਮ ਹੋਣਾ ਉੱਥੇ। ਤੇ ਬਿਲਕੁਲ ਦੇਖੋ, ਇਹ ਜਿਹੜੀ ਗੱਲਾਂ ਬਾਤਾਂ ਇਹਨਾਂ ਨੇ ਦੱਸੀਆਂ, ਤੇ ਉਧਰ ਦੂਜੇ ਪਾਸੇ ਖੈਰ ਕਾਨੂੰਨ ਦੀ ਲੜਾਈ ਇਹਨਾਂ ਨੇ ਲੜੀ। ਇਹ ਚੀਜ਼ਾਂ ਦੇ ਵਿੱਚ ਇੱਕ ਚੀਜ਼ ਇਹ ਹੈ ਵੀ ਆਖਰ ਬੇਈਮਾਨੀ ਦੇ ਕੰਮ 'ਚ ਵੀ ਇਮਾਨਦਾਰੀ ਵਾਲਾ, ਜਿਵੇਂ ਕਹਿ ਦਈਏ ਇਮਾਨਦਾਰੀ ਹੈ ਨਹੀਂ। ਜੇਕਰ ਇਹਨਾਂ ਦੀ ਗੱਲ ਸਹੀ ਮੰਨਦੇ ਆ ਤਾਂ ਦੁਬਈ ਦੇ ਵਿੱਚ ਆਖਰਕਾਰ ਜਦੋਂ ਕੁੜੀਆਂ ਉੱਥੇ ਲਿਜਾਈਆਂ ਜਾਂਦੀਆਂ ਨੇ ਤਾਂ ਉਹਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਇੰਡੀਆ ਦੇ ਵਿੱਚੋਂ ਜਾਂ ਬਾਕੀ ਕਿਸੇ ਥਾਂ ਦੇ ਵਿੱਚੋਂ ਕੁੜੀਆਂ ਜਦੋਂ ਲਿਆਉਂਦੇ ਨੇ ਤਾਂ ਅੱਗੇ ਸ਼ੇਖਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਨੇ, ਜਾਂ ਫਿਰ ਮਾੜੇ ਕੰਮਾਂ ਵਾਸਤੇ ਦੇ ਦਿੱਤੀਆਂ ਜਾਂਦੀਆਂ ਨੇ। ਪਰ ਗੱਲ ਇਹ ਵੀ ਜਿਵੇਂ ਇਹਨੂੰ ਕੁੜੀ ਨੂੰ ਇਹ ਗੱਲ ਕਹੀ ਕਿ ਉੱਥੇ ਪਹਿਲਾਂ ਇਹੀ ਕੰਮ ਕਰਨਾ ਸੀਗਾ ਤਾਂ ਉਰੇ ਆਉਣਾ ਸੀ, ਯਾਨੀ ਕਿ ਉਹਨਾਂ ਲੋਕਾਂ ਦੇ ਕੋਲ ਉਰੋਂ ਦੇ ਜਿਹੜੇ ਪ੍ਰੋਸਟੀਟਿਊਸ਼ਨ ਦੇ ਕੰਮ ਦੇ ਵਿੱਚ ਹੈਗੀਆਂ ਨੇ ਕੁੜੀਆਂ, ਉਹਨਾਂ ਨੂੰ ਲਿਜਾ ਕੇ ਉੱਥੇ ਫਿਰ ਆਮ ਕੁੜੀ ਕਹਿ ਕੇ ਵੇਚ ਦਿੱਤਾ ਜਾਂਦਾ। ਪਰ ਗੱਲ ਠੀਕ ਹੈ ਕਿ ਸਭ ਤੋਂ ਵੱਡੀ ਤਾਂ ਜੇ ਦੇਖਿਆ ਜਾਵੇ ਇਸ ਪੂਰੇ ਮਾਮਲੇ ਦੇ ਵਿੱਚ ਕਾਨੂੰਨ ਤੇ ਦੁਆਰੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਵਿਸ਼ਵਾਸ ਹੋਰ ਦ੍ਰਿੜ ਹੁੰਦਾ ਹੈ ਕਿ ਜੇਕਰ ਕੋਰਟ ਦੇ ਵੱਲੋਂ ਸਖਤ ਹੁਕਮ ਨਾ ਹੁੰਦੇ ਸ਼ਾਇਦ ਇਹ ਕੁੜੀ ਵਾਪਸ ਨਾ ਆਉਂਦੀ। ਤਾਂ ਦੂਜੇ ਪਾਸੇ ਇਹ ਵੀ ਸੀ ਕਿ ਇਹਦੀ ਆਪਦੀ ਹਿੰਮਤ ਕਿ ਜੇ ਉੱਥੇ ਸਮਝੌਤਾ ਕਰ ਲਾਂਦੀ ਤਾਂ ਪੈਸੇ ਤਾਂ ਜ਼ਰੂਰ ਮਿਲਦੇ। ਖੈਰ ਆਪਦੀ ਹਿੰਮਤ ਦੇ ਨਾਲ ਜੇ ਕਹੀਏ ਪਰਿਵਾਰ ਦੀ ਇੱਜ਼ਤ ਹੈ ਜਿਹੜੀ ਉਹ ਸ਼ਾਇਦ ਨਾ ਬਚਦੀ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ ਰੋਜ਼ਾਨਾ, ਸਪੋਕਸਮੈਨ TV, ਚੰਡੀਗੜ੍ਹ।